कट मरै पुरजा कट मरै कबहू न छड़ै खेत तिन्ने जग जिउंदे आ दाता ते भगत सूरमा 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 तिन्ने जग जिउंदे आ दाता ते भगत दाता ते भगत सूरमा दाता ते भगत सूरमा दाता ते भगत दाता ते भगत सूरमा दाता ते भगत सूरमा तिन्ने जग जिउंदे आ दाता ते भगत सूरमा तिन्ने जग जिउंदे आ दाता ते भगत सूरमा तिन्ने जग जिउंदे आ दाता ते भगत नगार गिरदै नाम न बस तैन मात की जय घर बन तैन सुंजी दे फिर बैन नावा ओए खप खप मुए कुरान जिन्नी ऐसा घर नाम न चेत्यो ते काहे जग आए ए मानस जन्म दर लाप गए नाम बिना बैरता सब हुण बत्तगार नाम न बीजियो अगे भुखा क्या खाए मन मुखा नू फिर जन्म गए नानक घर पाए
दिन में प्राणी चैन चैन ओद बेगात गए फूटा कट जो पानी हर गुण कागे न गावगी मूर्ख अज्ञाना झूठा लालच लग के नहीं मर्म पहचाना आज गु कैच बिगड़ो नगी जो प्रभ गुण गावे कहो नानक ते भजन ते निरपै पद पावे मानयोग सत्संगियो सुभागा समा साहेब श्री गुरु ग्रंथ साहब जी पातशाह की हजूरी विच बैठण दा प्राप्त होया। गुरबाणी का फरमान है कर साध संगत सिमर माधो होइया पतत पनीत। संगत दियां घड़ियां जिन्हां नूं प्राप्त हो जाण ते सतगुरु जी बाणी विच कहंदे भी पापी भी पवित्र हो जाते हैं। बाणी का फरमान है कर साध संगत किड्डा बड़ा फल है संगत करन दा। कर साध संगत सिमर माधो होइया पतत पनीत। सतगुरु जी गुरबाणी विच कहंदे है कि संगत करन दे नाल पापी भी पवित्र हो जाते हैं। इस करके भई प्राप्त मानुख दे गुरिया गोबिंद मिलन की ए तेरी बरिया। अवर काज तेरा किते ना काम मिल साध संगत भज केवल नाम। गुरबाणी ने संगत करने नूं फरमान कीता है कि संगत करन दे नाल पापी भी पवित्र हो जाते हैं। महाराज की कहते हैं साध का संग नहीं किश घाल। इत्थे भी सतगुरां ने संगत करन नूं बड़ा बड़ा फल दस्या। साध का संग नहीं किश काल दर्शन भेट तुखोत निहाल। संगत कीती जावे ते गुरु दे दर्शन कीते जाण। निहाल कदों हुंदा है दर्शन भेट तुखोत आनंदा। गुरु दे दर्शन प्राप्त हो जान ते फिर गुरु के दर्शन करके महाराज कहंदे भी बंदा रज जाता है। गुरु दे दर्शन करके ਉਹ ਸੁਭਾਗੀਆਂ ਘੜੀਆਂ ਸਾਨੂੰ ਗੁਰੂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬਾਣੀ ਦਾ ਫਰਮਾਨ ਹੈ ਜੇ ਸੰਗਤ ਵਿੱਚ ਆਣ ਕੇ ਹਾਜ਼ਰੀ ਲਵਾਉਣੀ ਹੋਵੇ ਨਾ ਗੁਰੂ ਕੋਲੇ ਤੇ ਕੁਝ ਸਾਧਨ ਕਰਨੇ ਪੈਂਦੇ ਆ। ਉਹ ਕਿਹੜੇ ਆ?
पहला साधन नेत्री सतगुर वेखना। ਜਿਹੜੀਆਂ ਅੱਖਾਂ ਹੈ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਵੱਲ ਲਾਉਣਾ ਹੈ। ਜਿਨ੍ਹਾਂ ਨੂੰ ਬਾਣੀ ਕਹਿੰਦੀ ਹੈ ਨੇਤਰੀ ਸਤਿਗੁਰ ਵੇਖਣਾ ਸਰਬਣੀ ਸੁਣਨਾ ਗੁਰਨਾਉ। ਜਿਹੜੇ ਕੰਨ ਹਨ ਇਹਨਾਂ ਨੂੰ ਕੀ ਕਹਿਣਾ ਹੈ? ਇਹਨਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਚਨ ਦਾ ਸ਼ਬਦ ਦਾ ਘੋੜਾ ਲਾਉਣਾ। ਐ ਸਰਬਣੋ ਮੇਰ ਗੋ ਸੱਚਾ ਸੁਣਨਾ ਨੋ ਪਠਾਏ। ਕੰਨ ਗੱਲਾਂ ਸੁਣਨ ਵਾਸਤੇ ਨਹੀਂ ਹੈ। ਕੰਨ ਸਾਧ ਸੰਗਤ ਪਰਾਈ ਨਿੰਦਿਆ ਸੁਣਨ ਵਾਸਤੇ ਨਹੀਂ ਹੈ। ਕੰਨ ਸਾਧ ਸੰਗਤ ਗੰਦੇ ਰਿਕਾਰਡ ਸੁਣਨ ਵਾਸਤੇ ਨਹੀਂ ਹੈ। ਕਾਹਦੇ ਵਾਸਤੇ ਹੈ? ਸਤਿਗੁਰੂ ਜੀ ਨੇ ਕਿਹਾ ਇਹ ਕੰਨ ਲੱਗੇ ਸਰੀਰ ਨਾਲ ਬਾਣੀ ਸੁਣਨ ਵਾਸਤੇ ਹੈ। ਜੀ ਕਹਿੰਦੇ ਬਾਣੀ ਨਹੀਂ ਸੁਣਦੇ ਕੰਨ, ਕਹਿੰਦੇ ਫਿਰ ਇਹੋ ਜਿਹੇ ਕੰਨਾਂ ਨੂੰ ਛਿੱਕਾ ਪਾ ਕੇ ਬੰਦ ਕਰ ਦੇਣਾ ਚਾਹੀਦਾ ਹੈ। ਬਾਣੀ ਕਹਿੰਦੀ ਆ, ਬਾਣੀ ਕਹਿੰਦੀ ਕਰਨ ਨਾ ਸੁਣ ਕੀ ਨਾਦ ਕਰਨ ਮੁੰਦ ਘਾਲਿਆ। ਕਹਿੰਦੇ ਉਹ ਜਿਹੜੇ ਕੰਨ ਪਰਮੇਸ਼ਰ ਦਾ ਨਾਮ ਸੁਣ ਕੇ ਹੀ ਨਹੀਂ ਰਾਜੀ, ਪਰ ਕਿਹੜੇ ਕੰਨ ਸੁਣ ਕੇ ਰਾਜੀ ਨਹੀਂ? ਕਿਹੜੀਆਂ ਅੱਖਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਰਾਜੀ ਨਹੀਂ? ਕਿਹੜਾ ਬੰਦਾ ਜਿਹੜਾ ਸੰਗਤ ਚਾਣ ਕੇ ਰਾਜੀ ਨਹੀਂ? ਬਾਣੀ ਚ ਮਹਾਰਾਜ ਕਹਿੰਦੇ ਉਹ ਲੋਕ ਹੈ ਜਿਨ੍ਹਾਂ ਦੇ ਮਨਾਂ ਨੂੰ ਵਿਕਾਰਾਂ ਦੀ ਅੱਗ ਲੱਗੀ। ਤਾਕਮ ਕੁੰਜੜੀਆਂ ਮਨੋ ਮਚਿੰਦੜੀਆਂ। ਜਿਨ੍ਹਾਂ ਲੋਕਾਂ ਦੇ ਮਨ ਨੂੰ ਵਿਕਾਰਾਂ ਦੀ ਅੱਗ ਲੱਗੀ ਹੈ, ਟੀਵੀ ਦੇ ਵਿੱਚ ਗੰਦੀਆਂ ਫਿਲਮਾਂ ਦੇਣੇ ਐ ਤੇ ਕਿਤੇ ਚਿੱਤ ਕਰੂਗਾ ਵੀ ਤੜਕੇ ਉੱਠ ਕੇ ਨਿਤਨੇਮ ਕਰੀਏ? ਕਿਤੇ ਵੀ ਨਹੀਂ ਸੋਚਿਆ ਬਈ ਅਸੀਂ ਇਹ ਕੀ ਦੇਖੀ ਜਾਂਦੇ ਆ। ਬਰਾਬਰ ਦੀ ਮਾਤਾ ਬੈਠੀ ਹੁੰਦੀ ਹੈ, ਬਰਾਬਰ ਦੀ ਭੈਣ ਬੈਠੀ ਹੁੰਦੀ ਹੈ, ਕਿਤੇ ਸੋਚਿਆ ਹੀ ਨਹੀਂ, ਖਿਆਲ ਹੀ ਨਹੀਂ ਕੀਤਾ। ਸਕਾ ਤੂੰ ਕੀ ਕਹੀ ਜਾਂਦੇ ਆ? ਆਵਾਜ਼ਾਂ ਮਾਰੀ ਜਾਂਦੇ ਆ, ਆਜੋ ਤੁਹਾਡੇ ਦੇਖਣ ਵਾਲੀ ਹੈ। ਤੇ ਮਹਾਰਾਜ ਬਾਣੀ ਚ ਕੀ ਕਹਿੰਦੇ? ਟਾਕਮ ਕੁੰਜੜੀਆਂ ਬਣੋ ਮਚਿੰਦੜੀਆਂ। ਓਏ ਜਿਹਦੇ ਨਾਲ ਮਨ ਨੂੰ ਵਿਕਾਰਾਂ ਦੀ ਅੱਗ ਲੱਗਣੀ ਹੈ, ਇਸੇ ਕਰਕੇ ਸਾਧ ਸੰਗਤ ਉਹ ਲੋਕ ਸੰਗਤ ਚ ਨਹੀਂ ਆ ਸਕਦੇ ਤੇ ਉਹ ਲੋਕ ਅੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਹੀਂ ਕਰ ਸਕਦੇ। ਉਹ ਲੋਕ ਕੰਨਾਂ ਦੇ ਨਾਲ ਬਾਣੀ ਨਹੀਂ ਸੁਣ ਸਕਦੇ। ਮਹਾਰਾਜ ਕਹਿੰਦੇ ਆ ਉਹ ਨੈਣ ਨਾ ਵੇਖੈ ਸਾਧ ਸੇ ਨੈਣ ਬਿਹਾਲਿਆ। ਉਹ ਜਿਹੜੀਆਂ ਅੱਖਾਂ ਸਾਧ ਸੰਗਤ ਦੇ ਦਰਸ਼ਨ ਹੀ ਨਹੀਂ ਕਰਦੀਆਂ ਤੇ ਸਤਿਗੁਰੂ ਜੀ ਕਹਿੰਦੇ ਇਹ ਜਿਹੀਆਂ ਅੱਖਾਂ ਬਿਹਾਲ ਕਿਉਂ ਨਾ ਹੋ ਗਈਆਂ? ਜਿਹੜੀਆਂ ਅੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਦਰਸ਼ਨ ਨਹੀਂ ਕੀਤੇ ਤੇ ਸਾਧ ਸੰਗਤ ਦੇ ਦਰਸ਼ਨ ਨਹੀਂ ਕੀਤੇ, ਇਹ ਜਿਹੀਆਂ ਅੱਖਾਂ ਬਿਹਾਲ ਕਿਉਂ ਨਾ ਹੋ ਗਈਆਂ? ਤੇ ਮਹਾਰਾਜ ਕਹਿੰਦੇ ਵੀ ਜਿਹੜੇ ਕੰਨ ਰੱਬ ਦਾ ਨਾਮ ਨਹੀਂ ਸੁਣਦੇ ਤੇ ਇਹੋ ਜਿਹੇ ਕੰਨ ਛਿੱਕਾ ਪਾ ਕੇ ਬੰਦ ਕਰ ਦੇਣੇ ਚਾਹੀਦੇ ਆ। ਤੇ ਜਿਹੜੀ ਜੀਭ ਹੈ ਜਿਹੜੀ ਰੱਬ ਦਾ ਨਾਮ ਨਹੀਂ ਨਾ ਲੈਂਦੀ, ਮਹਾਰਾਜ ਕਹਿੰਦੇ ਰਚਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟ ਗਿਆ। ਸਤਿਗੁਰੂ ਜੀ ਕਹਿੰਦੇ ਆ ਕਿ ਜਿਹੜੀ ਜੀਵ ਰੱਬ ਦਾ ਨਾਮ ਨਹੀਂ ਲੈਂਦੀ, ਇਹ ਜੀ ਜੀਵ ਦਾ 101 ਟੁਕੜਾ ਕਰ ਦੇਣਾ ਚਾਹੀਦਾ ਹੈ। ਫਿਰ ਕਿੰਨੀ ਹੋ ਜੂ? ਫਿਰ ਤਿਲ ਤਿਲ ਜਿੰਨੀ ਕਰਕੇ ਕੱਟੀ ਜਾਓ। ਤਿਲਾਂ ਦਾ ਦਾਣਾ ਹੁੰਦਾ ਨਾ। ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਇਹ ਜੀ ਜੀਵ ਨੂੰ ਜੇ ਤਿਲ ਤਿਲ ਜਿੰਨੀ ਕਰਕੇ ਕੱਟ ਦਈਏ ਨਾ, ਭੋਰਾ ਭੋਰਾ ਕਰਕੇ, ਤੇ ਫਿਰ ਇਹ ਜੀ ਜੀਵ ਦਾ 101 ਟੁਕੜਾ ਹੋ ਜਾਊਗਾ। ਤੇ ਫਿਰ ਉਹਨੂੰ ਕੀ ਕਹਿਣਾ? ਇਹ ਤੇਰਾ ਟੁਕੜਾ ਟੁਕੜਾ ਤਾਂ ਹੋਇਆ ਤਾਂ ਰੱਬ ਦਾ ਨਾਮ ਨਹੀਂ ਲਿਆ। ਹੇ ਜੇਬੇ
तू हर गुण गाओ। महाराज बाणी च कहंदे आ जीव नूं, कहंदे हरि दे गुण गा ले। ਜਿਹੜੀ जीव रब दा नाम नहीं लैंदी, ਜਿਹੜੇ ਕੰਨ परमेश्वर दा नाम सुनदे नहीं, ते ਜਿਹੜੀਆਂ ਅੱਖਾਂ ਸਾਧ संगत दा दर्शन नहीं करदियां, ते महाराज ने फैसला करता नैन न वेखै साध से नैन बेहालिया, ਕਰਨ न सुनगी नाद ਕਰਨ मुंद घालिया, रचना जपै ना नाम तिल तिल कर कटिया। हरघां महाराज दे सरबंधी सी, दुनियावी गल्लां करदे सी। हरघां जा बिसरा गोबिंद राय दिनों दिन कटिया। धन साहिबजादा बाबा जोरावर सिंह, धन साहिबजादा बाबा फतेह सिंह, धन धन माता गुजर कौर, साध संगत जो चुक के लेके गए ते टोडर मल सेठ साध संगत धरती ते मोहरा बिछाउंदा। क्यों कि इन्नी जगह दे विच बई साहिबजादियां दा संस्कार करना, किहो जिहा समा होऊगा। साहिबजादियां दे वास्ते टोडरमल सेठ धरती ते मोहरा विछाई जांदा है। कबीर मेरा मुझ में किछ नहीं जो किछ है, सो तेरा तेरा तुझको सौंपते क्या लागे मेरा। मोहरा बिछाइया, जगह मिली गई है, पर वजीदे वर्गिया नूं यह नहीं सी पता ओ साढ़े 3 हथ धरती तेरी बहुतियां जमीनां वाली, साढ़े 3 हथ धरती तेरी बहुतियां जमीनां वालिया। बहुतियां जमीनां वाले साढ़े
जो 3.5 हाथ। साध संगत आप जी नूं पता है बई ये जिहड़ी धरती है जिहदा बंदा मान करदा ना ते बाणी इहनूं की कहंदी है, असमान फरीदा खेवट किन गए किथे आओ जेड़े कहंदे सी जे असी ना होईए ते दुनिया ही इधर उधर हो जू। वो किथे आ दुनिया ते ओ नहीं रहे, वो जिन्ना दे रथां दे पहियां दे नाल समुंदर बने पए है। इस करके महाराज 10वें पातशाह लिखदे है, एक शिव पै एक गै एक फेर पै, रामचंद्र कृष्ण के अवतार भी अनेक है। महाराज कहंदे इत्थे बड़े बड़े राजे आए, भगत नामदेव जी कहंदे है, कहंदे गहरी करके नींव खुदाई ऊपर मंड पछाए, मार कंडे ते को अधकाई जंतर त्रमूड बुलाए, हमरो करता राम स्नेही काहे रे नर गर्भ करत हो बिनस जाए झूठी देगी, मेरी मेरी कैरों करते दुर्योधन से भाई, 12 जोजन छत्र चले था देखी गिरजना। कहंदे जो दुर्योधन भीष्म पितामे का पता लैन गया ना, भीष्म पितामा तीरां दी सेज ते पिया ते दुर्योधन लैन गया पता 12 जोजना दे किन्नी
किन्ना बन गया 48 को बन गए 12 योजना दे 48 को बनते आ। भगत नामदेव जी कहते आ 12 योजन छतर चले था। वो जो दुर्योधन जाता भीषम पितामे का पता लैन ते 48 कोहां च छतर झुलते आ। राजे छतर लई खड़े आ। जेड़ा 48 कोहां दे विच छावें तुरिया जांदा उहनूं धुप्प नहीं लगन दिंदे। ते भगत जी कहंदे देखिया वो जिहदे उत्ते 48 कोहां च छतर झुलदे सी ना ते ओहदी देही गिलजां भी खाण नूं तैयार नहीं सी। क्यों? आपदी मां मूर दी लंघिया ते बज्जर दी बन गई। इस तरह भगत नामदेव जी कहंदे हो बड़े बड़े आए दुनिया तो ते बाणी दा भी फरमान है जो आया सो चल सी सब कोई आई बार जाए। पर किड्डा हंकार होऊगा साध संगत वजीदे नूं। क्यों? आप जी नूं पता है बई मैं बड़ा बड़ा सूबा है मेरे कोले बड़ियां फौजां है पर जो साहबजादियां वास्ते धरती कहंदा होना मोहरा बिछा के मुद देनी है। पर उहनूं इउं नहीं पता कि बाणी दा फरमान है सगली धरती सारी। इउं नहीं पता भी ये धरती सारी साहबजादियां दी बन जानी है। उहदे मन च ख्याल नहीं सी कि कुदरती गल हुंदी है पक्के बंक द्वार मूर्ख जाना। ये मूर्ख की कहंदा है आ घर मेरा है ये जायदाद मेरी है इहनूं कोई पैर तां रख के दिखावे पर इहनूं इउं नहीं पता भी इहदे मालक किन्ने बन के चले गए। ये किसे दी नहीं बनी। ये धरती उत्थे दी उत्थे पई है इहदे पता ही नहीं इत्थे आ धरती दे मालक किन्ने बन के चले गए होने। पर साध संगत जदों टोडरमल सेठ धरती ते मोहरा बिछाउंदा होना है ते उस वेले 10वें पातशाह दे परोपकारां नूं चेते करदा होना ऐ सच्चे पातशाह आ पुੱਤ तां साडे तों भी बारे आ। ऐ सतगुरु जी आ तेरी मां दी लाश पई है मां साडे उत्तों दी बारती। नाले टोडरमल सेठ ते ओहदे घर वाली दे अखां चों अथरू डिगदे होने है ते नाले की करदा होना है बई ऐसे गुर को बल बल जाइए। अपने भी सिखां दे घरे जन्म है किते साहबजादे दे शहीदी दिहाड़े ते किसे मां ने किते पुੱਤ नूं कहा ही नहीं होना पुੱਤ अज ना वो दिन है 10वें पातशाह ने अपने उत्तों दी पुੱਤ बारे वे है ना किसे प्यो ने किसे पुੱਤ नूं कहा होना है ना किसे भाई ने आपदे भरा नूं कहा होना वो भाई तो 10वें पातशाह दे ना दो पुੱਤ दो आपस में भरा गल्लां नेवां च खड़े करदे होने हैं। पर क्यों नहीं कहंदे आपां अपने अंदर सिक्खी दा दर्द नहीं। जे किते अपने अंदर सिक्खी होवे ना साहबजादियां दे शहीदी दिहाड़े ते की ओए नित अंमृत वेले उठ के साध संगत 10 पातशाहियां दा ते 5 प्यारिਆਂ ते 4 साहबजादियां दा नाम लईए जे अंदर सिक्खी होवे। पर अंदर सिक्खी नहीं ते ना ही अंदर सिक्खी दा दर्द है। टोडरमल सेठ ने साध संगत जो मोहरा बिछा के धरती खरीदी है ते उस वेले साहबजादियां दी चेखा नूं चंडा लाउण वाला कोई परिवार दा मैंबर है नहीं। अपने कोई बंदा मरदा ना आपां कहने आओ करो इहदे वड्डे पुੱਤ नूं कहो चंडा लावे आए करो दूजे पुੱਤਾਂ नूं भी नाल लाओ सरबंधी भी कोले आ जाओ। पर किहे जिहा सीन होऊगा जदों 10वें पातशाह जे साहबजादियां दी चिखा बनी होनी है जदों माता गुजरी दे शरीर नूं चुक के रखदे होने है ते टोडरमल सेठ दे तां नेत्रां चों अथरू डिगदे होने है। पर उस वेले साध संगत कोई साध संगत 10वें पातशाह दे परिवार दा कोई भी मैंबर कोले नहीं है। कोई साध संगत सिख नेड़े नहीं आ सकता
कोई संस्कार करने का समा भी आप नहीं किसी को बनता। पर साध संगत ये सेवा टोडरमल सेठ के भागां च सी। सिखां नूं झंडे लाए आ, संस्कार होया। ये सीन जदों 10वें पातशाह नूं दस्सिया होना ना नूरे माही ने कि सतगुरु जी तुहाडे पुत नीआं च विचणे गए, तुहाडे पुत देश कौम धर्म दे उत्तों दी कुर्बान हो गए, तुहाडे पुत्तां दीआं लाशां भी सरहंद च पईआं रहीआं। ते साध संगत टोडरमल सेठ दा इसे करके 10वें पातशाह के बचना अनुसार टोडरमल सेठ नूं रहिंदी दुनिया तक लोग चेते रखणगे। टोडरमल सेठ नूं पर इसे ही बस नहीं, गुरु कलगीधर सच्चे पातशाह ने सरहंद नूं उजड़न दा साध संगत श्राप दिता पिया। सरहंद की इट करन दा श्राप मिलिया पिया। ते लोग की कहते हैं, कहते भी सरहंद किवें उजड़ जूगी, उत्थों का एडा वजीदा सूबेदार है। जेडे सियाणे बंदे है ना वो कहते हो गल सुनो, चंद्रमा ते सूरज चढ़नों हट सकते हैं, पानी छिपदी नूं वगदा चढ़दी नूं लग सकता है, पर कहते तुहानूं सच्ची गल दसगे 10वें पातशाह दे वचन नहीं टल सकते। साध वचन अटलादा कहते भी 10वें पातशाह दे जेड़े वचन है ना ये नहीं टलने। वो कहते उजड़ू किवें सरहंद, वजीदे दी किन्नियां फौजां है ते किन्ने इहदे कोले हथियार है। वो सियाने लोग कहते हो गल सुनो, कहते जा को करे खुआई करता, वो जिन्हों रब ने खुआर करना होवे ना उहदे च औगण पा दिंदा है, ते जिन्हों रब ने भाग लाने होण उहदे च गुण पा दिंदा है। समा लंघदा गया, गुरु कलगीधर सच्चे पातशाह ने अनेक नगरां नूं तारदिआं साबो की तलवंडी तो चाले मारे नंदेड़ की धरती नूं। पर साध संगत 10वें पातशाह ने नंदेड़ की धरती नूं चाले मारे है। ते आप जी नूं पता जदों दिल्ली का बादशाह औरंगजेब महाराज 10वें पातशाह नूं दीने कोले ਸਿੰਘਾਂ ने कहा महाराज तुसी एडे एडे नूं मौत दे घाट उतारता ते तुसी औरंगजेब बादशाह नूं भी एक तीर मार दिंदे। कहंदे भाई साडे मैदाने जंग दे विच साडे सामने ही नहीं आया। जे कहंदे औरंगजेब साडे सामने आ जांदा ना ते असीं एक तीर ओहनूं भी बख्श देना सी। कहंदे महाराज ਉਹਦੇ ਰਾਜ ਦੇ ਵਿੱਚ ਕਿੱਡਾ ਕਿੱਡਾ ਜ਼ੁਲਮ ਹੋ ਗਿਆ। ਲੈ महाराज ਕਹਿੰਦੇ ਵੀ ਇਉਂ ਹੈ ਜੇ ਉਹ ਸਾਡੇ ਸਾਹਮਣੇ ਆ ਜਾਂਦਾ ਤੇ ਉਹਨੂੰ ਵੀ ਤੀਰ ਇੱਕ ਬਖਸ਼ ਦਿੰਦੇ ਤੇ ਸਾਡੇ ਸਾਹਮਣੇ ਤਾਂ ਨਹੀਂ ਉਹ ਆਇਆ ਤੇ ਕਹਿੰਦੇ ਹੁਣ ਉਹਨੂੰ ਕਲਮ ਦੇ ਤੀਰ ਨਾਲ ਮਾਰ ਦਿੰਦੇ ਆ। ਕਲਮ ਦੇ ਤੀਰ ਦੇ ਨਾਲ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ पहला 6 बैंता परमेश्वर की उस तो उचारण की जिन्हों आप जफरनामा कहने ना। फिर औरंगजेब बादशाह के गुण लिखे, औरंगजेब तेरे विच आ भी गुण है क्यों कुरान शरीफ की जिल्त बन के ना ते आप दे जाने कहंदा सी भी मैं तो आप दी ना हक की रोटी खाना है। रहो विचार तेरे च आ भी गुण है, तू आपदे आप नूं बड़ा इंसाफ पसंद समझदा है, पर जो लिखिया ना तेरे राज दे विच नन्हे नन्हे बच्चे मेरे नीआं च चिणे गए। और दस का मैं तेरा की बिगाड़िया सी, तू 10 लाख फौज मेरे ते चाढ़ती। पर यह गल है तेरे जरनैल नारखा वर्गियां नूं ना मैं एक एक तीर दे नाल सदा वास्ते समा के रखता।
ਸਾਧ ਸੰਗਤ ਇਹ ਜਫਰਨਾਮਾ ਜਦੋਂ ਸਿੰਘਾਂ ਨੂੰ ਦੇ ਕੇ ਤੋਰਿਆ ਤੇ ਆਪ ਜੀ ਨੂੰ ਪਤਾ ਹੈ ਇਹ ਜਫਰਨਾਮਾ ਜਦੋਂ ਸਿੰਘ ਦੇ ਕੇ ਆਏ ਔਰੰਗਜ਼ੇਬ ਨੂੰ, ਉਹਨੇ ਆਪਦੀ ਲੜਕੀ ਕੋਲੋਂ ਸੁਣਿਆ ਤੇ ਜਦੋਂ ਜਫਰਨਾਮਾ ਸੁਣਦਾ ਤੇ ਮੱਥੇ ਤੇ ਹੱਥ ਮਾਰਦਾ। ਮੱਥੇ ਤੇ ਹੱਥ ਕਿਉਂ ਮਾਰਦਾ ਹੈ? ਐ ਮਨਾ ਦੁਨੀਆ ਦੇ ਉੱਤੇ ਕੁਝ ਖੱਟਣ ਵਾਸਤੇ ਆਇਆ ਸੀ ਤੇ ਮੈਂ ਨਾ ਆਪਦੇ ਸਿਰ ਤੇ ਪਾਪਾਂ ਦੀਆਂ ਪੰਡਾਂ ਲੈ ਚੱਲਿਆ। ਮੈਂ ਆਪਦੇ ਸਿਰ ਤੇ ਪਾਪਾਂ ਦੀਆਂ ਪੰਡਾਂ ਲੈ ਚੱਲਿਆ ਤੇ ਇਹ ਪਾਪਾਂ ਦੇ ਭਾਰ ਦੇ ਨਾਲ ਨਾ ਮੇਰਾ ਦਰਗਾਹ ਦੇ ਵਿੱਚ ਕਚੁੰਬਰ ਨਿਕਲ ਜਾਣਾ ਹੈ। ਮੱਥੇ ਤੇ ਹੱਥ ਮਾਰਦਾ, ਆਪਦੇ ਆਪ ਦਾ ਪਛਤਾਵਾ ਕਰਦਾ ਹੈ, ਪਰ ਇਸੇ ਝੂਰੇ ਦੇ ਵਿੱਚ ਹੀ ਔਰੰਗਜ਼ੇਬ ਬਾਦਸ਼ਾਹ ਸਰੀਰ ਛੱਡ ਗਿਆ। ਉਹ ਐਡਾ ਪਾਪ ਹੋ ਗਿਆ, ਕੋਈ ਨੰਨੇ ਨੰਨੇ ਬੱਚੇ ਨੀਆਂ ਚ ਚੜੇ ਗਏ। ਕੋਈ 10ਵੇਂ ਪਾਤਸ਼ਾਹ ਨੂੰ ਆਨੰਦਪੁਰ ਚੋਂ ਕੱਢਤਾ ਸੀ, ਪਰ ਇੱਕ ਗੱਲ ਕਹੀ, ਕਹਿੰਦਾ ਵੀ ਇਉਂ ਕਰਿਓ 10ਵੇਂ ਪਾਤਸ਼ਾਹ ਜਿੱਥੇ ਮਰਜੀ ਫਿਰਨ, ਕਿਸੇ ਨੇ ਨਹੀਂ ਗੱਲ ਕਰਨੀ। ਪਰ ਝੋਰਾ ਲੱਗ ਗਿਆ, ਇਹ ਝੋਰੇ ਦੇ ਵਿੱਚ ਹੀ ਮਰ ਗਿਆ। ਤੇ ਜਦੋਂ ਔਰੰਗਜ਼ੇਬ ਬਾਦਸ਼ਾਹ ਮਰਿਆ ਨਾ ਤੇ ਉਹਦੇ ਪੁੱਤਰਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ। ਮੈਂ ਬੇਨਤੀ ਕਰਾਂ ਬੱਚੇ ਨੂੰ ਫੜ ਕੇ ਸਾਧ ਸੰਗਤ ਬਿਠਾਈ ਦਾ। ਕੱਲ ਵੀ ਮੈਂ ਬੇਨਤੀ ਕੀਤੀ ਸੀ, ਧਰਮ ਦੇ 3 ਕੇਂਦਰ ਆ। ਪਹਿਲਾ ਧਰਮ ਦਾ ਕੇਂਦਰ ਮਾਂ ਤੇ ਪਿਓ ਹੈ। ਜੇ ਗੁਰੂ ਕੀ ਹਜ਼ੂਰੀ ਵਿੱਚ ਸਾਧ ਸੰਗਤ ਨਾ ਬੈਠ ਗਏ ਨਾ ਤੇ ਦੋਸ਼ ਲੱਗਦਾ। ਜੇ ਗੁਰੂ ਦਾ ਸਤਿਕਾਰ ਕਾਇਮ ਰੱਖ ਗਏ ਤੇ ਫਲ ਮਿਲਦਾ। ਗੱਲਾਂ ਦੋਨੇ ਹੀ ਹੈ। ਜੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਾਂਗੇ ਤੇ ਫਲ ਮਿਲਣਾ, ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਨਾ ਰੱਖਿਆ ਤੇ ਇੱਥੇ ਜਵਾਕ ਕਲਾਈ ਦੇ ਨਹੀਂ, ਇੱਥੇ ਜਵਾਕ ਬਿਠਾਈ ਦੇ ਹੈ। ਧਰੂ ਦੀ ਮਾਂ ਕੀ ਕਹਿੰਦੀ ਸੀ? 5 ਸਾਲ ਦਾ ਪੁੱਤ ਸੀ। 5 ਸਾਲ ਦੇ ਪੁੱਤ ਨੂੰ ਕੀ ਕਹਿੰਦੀ ਹੈ? ਵੇ ਪੁੱਤ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਤੇਰੇ ਮੂੰਹ ਤੇ ਚਪੇੜਾ ਤਾਂ ਪੈਂਦੀਆਂ ਤਾਂ ਰੱਬ ਦੀ ਬੰਦਗੀ ਨਹੀਂ ਕੀਤੀ। ਤੇਰੇ ਮੂੰਹ ਦੇ ਉੱਤੇ ਚਪੇੜਾ ਤਾਂ ਪੈਂਦੀਆਂ ਤੈਂ ਰੱਬ ਦੀ ਬੰਦਗੀ ਨਹੀਂ ਕੀਤੀ। ਤੇ ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ ਹੈ ਉਹਨਾਂ ਦੀਆਂ ਅਡੀਕਾਂ ਹੁੰਦੀਆਂ। ਇਸੇ ਤਰ੍ਹਾਂ ਬਹਾਦਰ ਸ਼ਾਹ ਨੇ ਕਿਸੇ ਨੂੰ ਪੁੱਛਿਆ ਵੀ ਇਉਂ ਕਰੋ ਦਿੱਲੀ ਦੇ ਤਖਤ ਦਾ ਆਪਾਂ ਰਾਜੇ ਬਣ ਸਕਦੇ ਆ? ਨੰਦ ਲਾਲ ਮੁਨਸ਼ੀ ਨੇ ਦੱਸਿਆ ਬਹਾਦਰ ਸ਼ਾਹ ਤੂੰ ਦਿੱਲੀ ਦੇ ਤਖਤ ਦਾ ਰਾਜਾ ਬਣ ਸਕਦਾ ਹੈ। ਕਹਿੰਦਾ ਵੀ ਕਿਵੇਂ? ਕਹਿੰਦੇ 10ਵੇਂ ਪਾਤਸ਼ਾਹ ਦੀ ਸ਼ਰਨ ਲੈ ਲਾ। ਔਰੰਗਜ਼ੇਬ ਨੇ ਮੱਥੇ ਤੇ ਹੱਥ ਮਾਰਿਆ। ਕਹਿੰਦਾ ਮੁਨਸ਼ੀ ਜੀ, ਉਹ ਜਿਸ 10ਵੇਂ ਪਾਤਸ਼ਾਹ ਦੇ ਮੇਰੇ ਪਿਤਾ ਨੇ ਪੁੱਤ ਨੰਨੇ ਜਿਸ 10ਵੇਂ ਪਾਤਸ਼ਾਹ ਨੂੰ ਮੇਰੇ ਪਿਤਾ ਨੇ ਫੌਜਾਂ ਘੱਲ ਕੇ ਆਨੰਦਪੁਰ ਦੀ ਧਰਤੀ ਚੋਂ ਕਢਾਤਾ, ਜਿਸ 10ਵੇਂ ਪਾਤਸ਼ਾਹ ਦੇ ਮੇਰੇ ਪਿਤਾ ਦੇ ਰਾਜ ਦੇ ਵਿੱਚ ਨੰਨੇ ਬੱਚੇ ਨੀਆਂ 'ਚ ਚਿਣੇ ਗਏ ਐ, ਵੱਡੇ ਸਾਹਿਬਜ਼ਾਦੇ ਸ਼ਹੀਦ, ਤੇ 10ਵੇਂ ਪਾਤਸ਼ਾਹ ਮੇਰੀ ਕਿਵੇਂ ਮਦਦ ਕਰ ਦੂ? ਨੰਦ ਲਾਲ ਮੁਨਸ਼ੀ ਕਹਿੰਦਾ ਬਹਾਦਰ ਸ਼ਾਹ 10ਵੇਂ ਪਾਤਸ਼ਾਹ ਵਰਗਾ ਕੋਈ ਦੁਨੀਆ ਤੇ ਦਿਆਲੂ ਨਹੀਂ ਹੈ। 10ਵੇਂ ਪਾਤਸ਼ਾਹ ਵਰਗਾ ਨਾ ਦੁਨੀਆ ਤੇ ਦਿਆਲੂ ਨਹੀਂ ਹੈ ਕਿਤੇ। ਇਹਨਾਂ ਦੇ ਵੱਡੇ ਸਤਿਗੁਰਾਂ ਦਾ ਇਤਿਹਾਸ ਪੜ੍ਹ ਕੇ ਦੇਖੋ। ਜ਼ੁਲਮ ਚੰਦੂ ਨੇ ਕੀਤਾ ਤੇ ਜਦੋਂ ਜਹਾਂਗੀਰ ਨੇ ਚੰਦੂ ਨੂੰ ਫੜਾਇਆ ਨਾ ਤੇ ਚੰਦੂ ਦਾ ਪਰਿਵਾਰ ਤੇ ਚੰਦੂ ਦੀ ਜਾਇਦਾਦ, ਜਹਾਂਗੀਰ ਬਾਦਸ਼ਾਹ ਨੇ ਕਿਹਾ ਜੀ ਦੱਸੋ ਇਹਦੇ ਪਰਿਵਾਰ ਨੂੰ? ਕਹਿੰਦੇ ਇਹਦੇ ਪਰਿਵਾਰ ਦਾ ਕੋਈ ਦੋਸ਼ ਨਹੀਂ। ਕਿਉਂ? ਸਜ਼ਾ ਉਹਨੂੰ ਦੇਣੀ ਹੈ ਜਿਹਨੇ ਪਾਪ ਕੀਤਾ, ਕੱਲੇ ਚੰਦੂ ਨੂੰ। ਕਹਿੰਦੇ 10ਵੇਂ ਪਾਤਸ਼ਾਹ ਵਰਗਾ ਕੋਈ ਦਿਆਲੂ ਨਹੀਂ। ਜੇ ਤੇਰੇ ਪਿਤਾ ਨੇ ਜ਼ੁਲਮ ਕੀਤਾ ਤੇ ਸਜ਼ਾ ਉਹਨੂੰ ਮਿਲਣੀ ਹੈ, ਤੁਹਾਡਾ ਕੀ ਦੋਸ਼ ਹੈ? ਨੰਦ ਲਾਲ ਮੁਨਸ਼ੀ ਕਹਿੰਦਾ ਤੁਹਾਡੀ 10ਵੇਂ ਪਾਤਸ਼ਾਹ ਨਾਲ ਗੱਲ ਕਰਾ ਦਿੰਨੇ ਆ। ਇਤਿਹਾਸ ਲੰਬਾ, ਮੈਂ ਇੱਕ ਟੂਕ ਦਿੱਤੀ ਹੈ ਕਿ ਜਦੋਂ 10ਵੇਂ ਪਾਤਸ਼ਾਹ ਦੀ ਸ਼ਰਨ ਆਏ ਨਾ, ਕਹਿੰਦੇ ਜੀ ਬਹਾਦਰ ਸ਼ਾਹ ਦੀ ਮਦਦ ਕਰ ਦਿਓ, ਦਿੱਲੀ ਦਾ ਤਖਤ ਲੈ ਦਿਓ।
ਤੇ 10ਵੇਂ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਨੂੰ, ਵਾਹਿਗੁਰੂ ਨੰਦ ਲਾਲ ਨੂੰ ਕਹਿੰਦੇ ਵੀ ਦਿੱਲੀ ਦਾ ਤਖਤ ਲੈ ਦਿਆਂਗੇ, ਪਰ 17 ਬੰਦੇ ਆ ਜਿਹੜੇ ਦੋਸ਼ੀ ਐ। 17 ਬੰਦਿਆਂ ਦੀ ਲਿਸਟ ਸੀ 10ਵੇਂ ਪਾਤਸ਼ਾਹ ਕੋਲੇ। ਕਿਹੜਿਆਂ ਦੀ? ਜਿਨ੍ਹਾਂ ਨੇ ਨੰਨੇ ਨੰਨੇ ਬੱਚਿਆਂ ਨੂੰ ਗ੍ਰਿਫਤਾਰ ਕਰਾਇਆ, ਜਿਨ੍ਹਾਂ ਨੇ ਨੰਨੇ ਨੰਨੇ ਬੱਚਿਆਂ ਨੂੰ ਫੜ ਕੇ ਲਿਆਂਦਾ। ਜਾਨੀ ਖਾਂ ਤੇ ਮਾਨੀ ਖਾਂ ਵਰਗੇ ਨਾ ਇਹ ਥਾਣੇਦਾਰ 10ਵੇਂ ਪਾਤਸ਼ਾਹ ਦੀ ਲਿਸਟ 'ਚ ਲਿਖੇ ਗਏ। 10ਵੇਂ ਪਾਤਸ਼ਾਹ ਕਹਿੰਦੇ ਆ ਕਿ 17 ਬੰਦੇ ਮੇਰੀ ਲਿਸਟ 'ਚ ਹੈ, ਤੇ ਜੇ ਦਿੱਲੀ ਦਾ ਤਖਤ ਬਹਾਦਰ ਸ਼ਾਹ ਨੂੰ ਲੈ ਦਈਏ ਨਾ ਤੇ ਫਿਰ ਇਉਂ ਕਰਿਓ 17 ਬੰਦੇ ਸਾਨੂੰ ਇਉਂ ਫੜਾ ਦਿਓ ਜਿਵੇਂ ਜਹਾਂਗੀਰ ਨੇ ਚੰਦੂ ਫੜਾਇਆ ਸੀ। ਫੈਸਲਾ ਹੋ ਗਿਆ, ਜੰਗ ਦੀਆਂ ਤਿਆਰੀਆਂ ਹੋ ਗਈਆਂ। ਬਹਾਦਰ ਸ਼ਾਹ ਕਹਿੰਦਾ ਮਹਾਰਾਜ ਮੇਰੇ ਕੋਲੇ ਕੋਈ ਧਨ, ਮੇਰੇ ਕੋਲੇ ਨਹੀਂ ਫੌਜਾਂ, ਮੇਰੇ ਕੋਲੇ ਨਹੀਂ ਲੜਨ ਵਾਲੀਆਂ, ਇਹ ਤੁਹਾਡੀ ਸਹਾਇਤਾ ਨਾਲ ਜੰਗ ਦੀ ਜਿੱਤ ਹੋਣੀ ਹੈ, ਰਹੋ ਵਿਚਾਰ। ਫਿਰ ਤਾਰੇ ਆਜਮ ਨੂੰ 10ਵੇਂ ਪਾਤਸ਼ਾਹ ਨੇ ਆਪ ਤੀਰ ਮਾਰ ਕੇ ਮਾਰਿਆ। ਜਦੋਂ ਤਾਰਾ ਆਜਮ ਮਰਿਆ ਤੇ ਬਹਾਦਰ ਸ਼ਾਹ ਦਿੱਲੀ ਦੇ ਤਖਤ ਦਾ ਮਾਲਕ ਬਣ ਗਿਆ। 10ਵੇਂ ਪਾਤਸ਼ਾਹ ਦਾ ਧੰਨਵਾਦ ਕਰਨ ਆਇਆ। 10ਵੇਂ ਪਾਤਸ਼ਾਹ ਨੂੰ ਕਹਿਣ ਲੱਗਾ ਮਹਾਰਾਜ ਤਾਰਾ ਆਜਮ ਮਰ ਗਿਆ ਤੇ ਮੈਂ ਦਿੱਲੀ ਦੇ ਤਖਤ ਦਾ ਮਾਲਕ ਬਣ ਗਿਆ। ਤੇ ਮਹਾਰਾਜ ਪੁੱਛਦੇ ਆ ਵੀ ਤਾਰੇ ਆਜਮ ਨੂੰ ਕਿਹਨੇ ਮਾਰਿਆ? ਕਹਿੰਦਾ ਜੀ ਮੇਰੇ ਕਿਸੇ ਜਰਨੈਲ ਨੇ ਮਾਰਿਆ ਹੋਣਾ। ਕਹਿੰਦੇ ਕਾਹਦੇ ਨਾਲ ਮਾਰਿਆ? ਤੀਰ ਕੋਲੇ ਨਹੀਂ ਫਿਰਦੇ ਸੀ, ਦੇਖੀਏ ਵੀ ਇਹ ਤੀਰ ਕਿਹਦਾ। ਕਹਿੰਦੇ ਜੀ ਆ ਤੀਰ ਨਾ ਮਾਰਿਆ। ਜਦੋਂ 10ਵੇਂ ਪਾਤਸ਼ਾਹ ਨੇ ਤੀਰ ਦੇਖਣ ਲੱਗੇ ਨਾ ਤੇ ਬਹਾਦਰ ਸ਼ਾਹ ਨੂੰ ਗੱਲੀ ਲਾ ਕੇ ਨਾ ਆਪਦੇ ਭੱਤੇ ਚੋਂ ਤੀਰ ਕੱਢ ਕੇ ਵਿਚਰ ਲਾਤੇ ਤੇ ਕਹਿੰਦੇ ਮਹਾਰਾਜ ਕਹਿੰਦੇ ਦੇਖੋ ਕਿਹੜਾ ਤੀਰ ਹੈ। ਕਹਿੰਦੇ ਮਹਾਰਾਜ ਇਹ ਤਾਂ ਤੁਹਾਡਾ ਸੀ। ਕਹਿੰਦੇ ਉਹ ਕਵਖਤਾ ਹਜੇ ਵੀ ਆਪਦੇ ਜਰਨੈਲਾਂ ਦਾ ਨਾਮ ਲੈਣਾ, ਅਜੇ ਵੀ ਆਪਦੇ ਫੌਜੀ ਦਾ। ਕਹਿੰਦਾ ਮਹਾਰਾਜ ਹੁਣ ਪਤਾ ਲੱਗਿਆ ਵੀ ਤਾਰੇ ਆਜਮ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਤੁਸੀਂ ਆ। ਜਦੋਂ ਸਮਾਂ ਲੰਘਿਆ ਨਾ ਤੇ ਮਹਾਰਾਜ ਕਹਿੰਦੇ ਹੁਣ ਗੱਲ ਕਰ ਲਾ ਬਈ ਇਉਂ ਕਰ ਬਈ ਉਹ 17 ਬੰਦੇ ਗ੍ਰਿਫਤਾਰ ਕਰਾ ਦੇ। ਜਦੋਂ 17 ਬੰਦਿਆਂ ਦਾ ਨਾਮ ਲਿਆ ਨਾ ਤੇ ਬਹਾਦਰ ਸ਼ਾਹ ਦਾ ਸਾਧ ਸੰਗਤ ਮਨ ਡਰਨ ਲੱਗ ਗਿਆ। ਕਹਿੰਦਾ ਮਹਾਰਾਜ ਅਜੇ ਬਗਾਵਤ ਹੋ ਜੂਗੀ, ਅਜੇ ਰਾਜ ਨਵਾਂ ਨਵਾਂ ਹੈ। ਜਦੋਂ ਟਾਲ ਮਟੋਲੇ ਕਰਨ ਲੱਗਿਆ ਨਾ ਤੇ 10ਵੇਂ ਪਾਤਸ਼ਾਹ ਕਹਿੰਦੇ ਉਹ ਕਵਖਤਾ ਆਪਦੇ ਪਿਤਾ ਵਰਗਾ ਹੀ ਰਹਿ ਗਿਆ ਨਾ, ਚੰਗਾ ਮੇਰਾ